ਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਇਹ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ। ਸਤਿਗੁਰੂ ਸੁਣਾਇਆ, ਇਹ ਤਿਨ ਕੈ ਮਨ ਵਸਿਆ। ਜਿਨ ਧੁਰੋ ਲਿਖਿਆ ਆਇਆ। ਇੱਕ ਫਿਰਹਿ ਕਨੇਰੇ ਕਰਹਿ ਗੱਲਾਂ। ਗੱਲੀ ਕਿਨੈ ਨਾ ਪਾਇਆ। ਕਹਿ ਨਾਨਕ ਸ਼ਬਦ ਸੋਹਿਲਾ। ਸਤਿਗੁਰੂ ਸੁਣਾਇਆ। ਕਹਿ ਨਾਨਕ ਸ਼ਬਦ ਸੋਹਿਲਾ। ਸਤਿਗੁਰੂ ਸੁਣਾਇਆ। ਪਰਮ ਸਨਮਾਨਿਓ ਚਵਰ ਛਤਰ ਤਖਤ ਦੇ ਮਾਲਕ, ਜੁਗ ਹੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਤਿਗੁਰਾਂ ਦੇ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਏਮਾਨ ਗੁਰੂ ਸਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ ਹੈ। ਅੰਮ੍ਰਿਤਮਈ ਬਾਣੀ ਦੇ ਅੰਦਰੋਂ ਬੜੇ ਪਿਆਰ ਔਰ ਬੜੇ ਅਕੀਦੇ ਨਾਲ, ਬੜੀ ਭਾਵਨਾ ਵਿੱਚ ਬੈਠ ਕੇ ਅੰਮ੍ਰਿਤਮਈ ਬਾਣੀ ਦੇ ਕੀਰਤਨ ਆਪ ਜੀ ਗੁਰੂ ਸਵਾਰਿਆਂ ਪਾਸੋਂ ਸਰਵਨ ਕਰ ਰਹੇ ਸੋ। ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ, ਜਿਨ੍ਹਾਂ ਦੀ ਮੁਬਾਰਕ ਰਚਨਾ ਤੋਂ ਉਚਾਰਨ ਕੀਤੀ ਅੰਮ੍ਰਿਤਮਈ ਬਾਣੀ, ਪਾਵਨ ਸ਼੍ਰੀ ਆਨੰਦ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਆਪ ਜੀ ਇਹਨਾਂ ਪਾਵਨ ਦੀਵਾਨਾਂ ਵਿੱਚ ਸਰਵਨ ਕਰ ਰਹੇ ਹੋ। ਸਤਿਗੁਰਾਂ ਦੀ ਮੁਬਾਰਕ ਰਚਨਾ ਤੋਂ ਉਚਾਰਨ ਕੀਤਾ ਇਹ ਅੰਮ੍ਰਿਤ ਬਚਨ ਪਾਵਨ ਸ਼੍ਰੀ ਆਨੰਦ ਸਾਹਿਬ ਦੀ ਅੰਮ੍ਰਿਤ ਬਾਣੀ ਅੰਦਰੋਂ 16ਵੀਂ ਪੌੜੀ ਦਾ ਪਾਠ, ਜੋ ਪੌੜੀ ਅੱਜ ਵਿਚਾਰ ਅਧੀਨ ਹੈ, ਆਪ ਜੀ ਨੇ ਸਰਵਨ ਕੀਤਾ ਹੈ। ਆਓ ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਾਧ ਸੰਗਤ, ਆਪ ਗੁਰੂ ਸਰੂਪ ਸਾਧ ਸੰਗਤ ਬਖਸ਼ੋ ਅਸੀਸ, ਤਾਂ ਕਿ ਇਹਨਾਂ ਅੰਮ੍ਰਿਤ ਬਚਨਾਂ ਨੂੰ ਸਤਿਗੁਰ ਕੇ ਅੰਮ੍ਰਿਤ ਬਾਣੀ ਦਾ ਓਟ ਆਸਰਾ ਲੈ ਕੇ ਗੁਰੂ ਦੀ ਕਿਰਪਾ ਨਾਲ ਸਤਿਗੁਰ ਦੇ ਆਸੇ ਵਿੱਚ ਰਹਿ ਕੇ ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਆਪਾਂ ਰਲ ਮਿਲ ਕੇ ਸਾਂਝੀ ਕਰ ਸਕੀਏ। ਕਰੋ ਕਿਰਪਾ, ਬਖਸ਼ੋ ਅਸੀਸ, ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ, ਜਿਨ੍ਹਾਂ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ ਇਹਨਾਂ ਅੰਮ੍ਰਿਤ ਬਚਨਾਂ ਦੇ ਅੰਦਰ। ਇਹ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ। ਸਤਿਗੁਰੂ ਸੁਣਾਇਆ। ਇਹ ਜੋ ਪਰਿਪੂਰਨ ਪਰਮਾਤਮਾ ਦੀ ਸਿਫਤ ਸਲਾਹ ਦਾ ਗੀਤ ਹੈ। ਸ਼ਬਦ ਵਰਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸੋਹਿਲਾ। ਸੋਹਿਲਾ ਸ਼ਬਦ ਦੇ ਆਖਰੀ ਅਰਥ ਨੇ ਖੁਸ਼ੀ ਦਾ ਗੀਤ ਜਾਂ ਆਨੰਦ ਦੇਣ ਵਾਲਾ ਗੀਤ।
ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਦੇ ਅੰਦਰੋਂ ਸਾਧ ਸੰਗਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸਤਿਗੁਰਾਂ ਦੀ ਪਾਵਨ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਅੰਮ੍ਰਿਤ ਬਾਣੀ ਜੋ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਵਿੱਚ ਦਰਜ ਹੈ ਔਰ ਹਰ ਸਿੱਖ ਰਾਤ ਨੂੰ ਸੌਣ ਵੇਲੇ ਉਸ ਅੰਮ੍ਰਿਤ ਬਾਣੀ ਨੂੰ ਪੜ੍ਹਦਾ ਹੈ, ਕਿਉਂਕਿ ਸਤਿਗੁਰਾਂ ਦਾ ਹੁਕਮ ਹੈ ਹਰ ਸਿੱਖ ਨੇ ਸੌਣ ਵੇਲੇ ਇਸ ਅੰਮ੍ਰਿਤ ਬਾਣੀ ਨੂੰ ਪੜ੍ਹ ਕੇ ਹੀ ਸੌਣਾ ਹੈ। ਔਰ ਉਸ ਅੰਮ੍ਰਿਤ ਬਾਣੀ ਦਾ ਸਿਰਲੇਖ ਹੈ ਸੋਹਿਲਾ ਸਾਹਿਬ। ਇੱਥੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸ਼ਬਦ ਵਰਤਿਆ ਸੋਹਿਲਾ। ਸੋਹਿਲਾ ਸ਼ਬਦ ਦਾ ਭਾਵ ਹੁੰਦਾ ਹੈ ਖੁਸ਼ੀ ਵਾਲਾ ਗੀਤ ਜਾਂ ਆਨੰਦ ਦੇਣ ਵਾਲਾ ਗੀਤ। ਅਸਲ ਵਿੱਚ ਇਹ ਜੋ ਅੰਮ੍ਰਿਤ ਸ਼ਬਦ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਵਰਤਿਆ ਜਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਸਤਿਗੁਰਾਂ ਨੇ ਕਿਰਪਾ ਕਰਕੇ ਜੋ ਬਾਣੀ ਦੀ ਤਰਤੀਬ ਦਿੱਤੀ ਗੁਰੂ ਅਰਜਨ ਸਾਹਿਬ ਜੀ ਨੇ, ਉਸ ਪਾਵਨ ਬਾਣੀ ਦੀ ਤਰਤੀਬ ਅੰਦਰ ਸੋਹਿਲਾ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਸਾਨੂੰ ਬਖਸ਼ੀਏ। ਉਸ ਦਾ ਭਾਵ ਹੈ ਉਹ ਖੁਸ਼ੀ ਦਾ ਗੀਤ ਜਿਹੜਾ ਅਕਸਰ ਜਦੋਂ ਬੱਚੀ ਦਾ ਵਿਆਹ ਹੁੰਦਾ ਹੈ, ਬੱਚੀ ਦੇ ਵਿਆਹ ਦੇ ਵਕਤ ਜਿਹੜੀਆਂ ਘਰ ਦੀਆਂ ਸੁਆਣੀਆਂ ਨੇ, ਔਰਤਾਂ ਨੇ, ਉਹ ਵਿਆਹ ਤੋਂ ਕੁਝ ਦਿਨ ਪਹਿਲਾਂ ਆਂਢ ਗੁਆਂਢ ਸਭ ਇਕੱਠੀਆਂ ਹੋ ਕੇ ਉਸ ਬੱਚੀ ਦੇ ਲਈ ਜੋ ਗੀਤ ਗਾਉਂਦੀਆਂ ਸਨ, ਉਸ ਬੱਚੀ ਦੇ ਲਈ ਜੋ ਆਪਣੇ ਅੰਦਰ ਦੇ ਭਾਵ ਬੋਲੀਆਂ ਦੇ ਰੂਪ ਵਿੱਚ ਵਿਅਕਤ ਕਰਦੀਆਂ ਸਨ, ਉਹਨਾਂ ਬੋਲੀਆਂ ਨੂੰ, ਉਹਨਾਂ ਗੀਤਾਂ ਨੂੰ, ਉਹਨਾਂ ਸ਼ਬਦਾਂ ਨੂੰ ਸੋਹਿਲਾ ਆਖਿਆ ਜਾਂਦਾ ਸੀ ਕਿ ਸੋਹਿਲੇ ਦੇ ਗੀਤ ਗਾਣੇ। ਉਸ ਸੋਹਿਲੇ ਦੇ ਅੰਦਰ ਦੋ ਭਾਵ ਹੁੰਦੇ ਸਨ। ਇੱਕ ਤੇ ਸਾਧ ਸੰਗਤ ਭਾਵ ਹੁੰਦਾ ਸੀ ਖੁਸ਼ੀ ਦਾ, ਤੇ ਦੂਜਾ ਉਹਦੇ ਅੰਦਰੋਂ ਭਾਵ ਵਿਅਕਤ ਹੁੰਦਾ ਸੀ ਵੈਰਾਗ ਦਾ। ਵੈਰਾਗ ਦਾ ਭਾਵ ਇਸ ਕਰਕੇ ਕਿਉਂਕਿ ਇਸ ਬੱਚੀ ਨੇ ਜਿਨੇ ਇੰਨੇ ਸਾਲ ਮਾਪਿਆਂ ਦੇ ਘਰ ਵਿੱਚ ਬਤੀਤ ਕੀਤੇ ਨੇ, ਉਹਦੀਆਂ ਨਾਲ ਦੀਆਂ ਸਹੇਲੀਆਂ, ਉਹਦੀਆਂ ਚਾਚੀਆਂ, ਤਾਈਆਂ ਤੇ ਹੋਰ ਜਿੰਨੇ ਆਂਢ ਗੁਆਂਢ ਦੇ ਪਿਆਰ ਤੇ ਮੁਹੱਬਤ ਕਰਨ ਵਾਲੇ ਲੋਕ ਨੇ, ਉਹ ਔਰਤਾਂ, ਉਹ ਬੀਬੀਆਂ ਇਕੱਠੀਆਂ ਹੋ ਕੇ ਉਸ ਬੱਚੀ ਨੂੰ ਨਾਲੇ ਅਸੀਸਾਂ ਦੇਦੀਆਂ ਸਨ, ਨਾਲੇ ਆਪਣੇ ਅੰਦਰ ਦੇ ਭਾਵ ਵਿਅਕਤ ਕਰਦੀਆਂ ਸਨ ਕਿ ਇਸ ਬੱਚੀ ਨੇ ਹੁਣ ਸਾਡੇ ਤੋਂ ਦੂਰ ਹੋ ਜਾਣਾ ਹੈ, ਵਿਛੜ ਜਾਣਾ ਹੈ। ਇਹਨੇ ਆਪਣੇ ਸਹੁਰੇ ਘਰ ਦੇ ਅੰਦਰ ਆਪਣੇ ਪਤੀ ਦੇ ਲੜ ਲੱਗ ਕੇ ਚਲੇ ਜਾਣਾ ਹੈ। ਉਸ ਗੀਤ ਦੇ ਅੰਦਰ ਇੱਕ ਤੇ ਇਹ ਅੰਦਰ ਦੀ ਵੇਦਨਾ ਹੁੰਦੀ ਸੀ ਕਿ ਬੱਚੀ ਨੇ ਆਪਣੇ ਇਸ ਘਰ ਦਾ ਤਿਆਗ ਕਰਨੇ, ਸਹੇਲੀਆਂ ਨੂੰ, ਰਿਸ਼ਤੇਦਾਰਾਂ ਨੂੰ, ਚਾਚੀਆਂ, ਤਾਈਆਂ, ਸਭਨਾਂ ਨੂੰ ਛੱਡ ਕੇ ਚਲੇ ਜਾਣਾ ਹੈ। ਤੇ ਦੂਸਰਾ ਉਹਦੇ ਅੰਦਰ ਭਾਵ ਹੁੰਦਾ ਸੀ ਖੁਸ਼ੀ ਦਾ ਕਿ ਇਸ ਬੱਚੀ ਦਾ ਯੋਗ ਵਰ ਮਿਲਿਆ ਹੈ, ਹੁਣ ਇਹਨੇ ਆਪਣੇ ਪਤੀ ਦੇ ਘਰ ਵਿੱਚ ਜਾਣਾ ਹੈ। ਪਤੀ ਦੇ ਘਰ ਵਿੱਚ ਜਾਣ ਦੀ ਖੁਸ਼ੀ ਤੇ ਮਾਪਿਆਂ ਤੋਂ, ਰਿਸ਼ਤੇਦਾਰਾਂ ਤੋਂ, ਸਹੇਲੀਆਂ ਤੋਂ ਵਿਛੜਨ ਦਾ ਗਮ, ਇਹ ਦੋ ਭਾਵ ਸੋਹਿਲੇ ਦੇ ਅੰਦਰ ਵਿਅਕਤ ਹੁੰਦੇ ਸਨ। ਇੱਕ ਖੇੜੇ ਦਾ, ਖੁਸ਼ੀ ਦਾ, ਤੇ ਦੂਸਰਾ ਜਿਹੜਾ ਸੀ ਉਹ ਵਿਛੋੜੇ ਦਾ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਦੇ ਅੰਦਰ ਇਹ ਸ਼ਬਦ ਕਿਉਂ ਵਰਤਿਆ ਗਿਆ? ਵੇਖੋ, ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਪਾਤਸ਼ਾਹ ਕਹਿੰਦੇ ਨੇ ਇਹ ਮਨੁੱਖ ਇਸ ਸੰਸਾਰ, ਇਸ ਜਗਤ ਦੇ ਅੰਦਰ ਪਰਮਾਤਮਾ ਦੇ ਹੁਕਮ ਦੇ ਵਿੱਚ ਆਇਆ ਹੈ। ਇਹ ਬਚਨ ਅਸੀਂ ਬਾਣੀ ਵਿੱਚੋਂ ਵਾਰ-ਵਾਰ ਪੜ੍ਹਦੇ ਤੇ ਸੁਣਦੇ ਹਾਂ
ਸਾਹਿਬ ਜੀ ਅੰਮ੍ਰਿਤ ਬਾਣੀ ਵਿੱਚ ਕਹਿੰਦੇ ਨੇ, ਤੁਧ ਆਪੇ ਕਾਰਨ ਆਪੇ ਕਰਨਾ, ਹੁਕਮੇ ਜੰਮਣ ਹੁਕਮੇ ਮਰਨਾ। ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਹੁਕਮ ਪਿਆ ਗਰਬਾਸ। ਇਹ ਪ੍ਰਮਾਤਮਾ ਦੇ ਹੁਕਮ ਦੇ ਅੰਦਰ ਮਾਂ ਦੇ ਉਦਰ ਵਿੱਚ ਆਇਆ ਤੇ ਫਿਰ ਇਹਨੇ ਸੰਸਾਰ ਦੇ ਅੰਦਰ ਕਦਮ ਰੱਖਿਆ ਪ੍ਰਮਾਤਮਾ ਦੇ ਹੁਕਮ ਵਿੱਚ। ਇਹ ਜੋ ਸੰਸਾਰ ਹੈ, ਇਸ ਸੰਸਾਰ ਨੂੰ ਸਤਿਗੁਰੂ ਜੀ ਨੇ ਤਰਜੀਹ ਦਿੱਤੀ ਹੈ ਪੇਕੇ ਘਰ ਦੇ ਨਾਲ। ਤੇ ਇਸ ਪੇਕੇ ਦੇ ਘਰ ਦੇ ਅੰਦਰ ਹਰ ਇੱਕ ਜੀਵਾਤਮਾ ਦਾ ਸਮਾਂ ਮੁਕਰਰ ਹੈ। ਕੋਈ ਜੀਵਾਤਮਾ ਇਸ ਪੇਕੇ ਘਰ ਦੇ ਅੰਦਰ ਕਿੰਨੀ ਕੁ ਸਵਾਸਾਂ ਦੀ ਪੂੰਜੀ ਲੈ ਕਰਕੇ ਆਈਏ, ਇਹ ਮੇਰੇ ਪਰਿਪੂਰਨ ਪਰਮਾਤਮਾ ਅਕਾਲ ਪੁਰਖ ਜੀ ਆਪ ਜਾਣਦੇ ਨੇ। ਪਰ ਇੱਕ ਸੱਚ ਬਾਣੀ ਨੇ ਬਹੁਤ ਪਿਆਰਾ ਬਖਸ਼ਿਸ਼ ਕਰਕੇ ਮਨੁੱਖ ਨੂੰ ਸਮਝਾਇਆ ਹੈ ਕਿ ਜੇ ਤੈਨੂੰ ਸਵਾਸਾਂ ਦੀ ਪੂੰਜੀ ਪਰਮਾਤਮਾ ਦੀ ਬਖਸ਼ਿਸ਼ ਨਾਲ ਮਿਲੀ ਹੈ ਤੇ ਇਸ ਗੱਲ ਦਾ ਝੋਰਾ ਨਾ ਕਰੀ ਵੀ ਰੱਬ ਨੇ ਤੇਰੇ ਨਾਲ ਕੋਈ ਬਹੁਤ ਵਧੀਕੀ ਕੀਤੀ ਹੈ, ਵੀ ਕਿਸੇ ਨੂੰ 100 ਸਾਲ ਦੀ ਉਮਰ ਦੇ ਦਿੱਤੀ ਤੇ ਕਿਸੇ ਨੂੰ 50 ਸਾਲ ਦੀ ਉਮਰ ਦੇ ਦਿੱਤੀ ਤੇ ਕੋਈ 50 ਸਵਾਸ ਵੀ ਦੁਨੀਆ ਤੇ ਨਹੀਂ ਲੈਂਦਾ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ, ਹੇ ਬੰਦਿਆ, ਇਹ ਸਭ ਕੁਝ ਪ੍ਰਮਾਤਮਾ ਨੇ ਜਿੰਨੀ ਪੂੰਜੀ ਤੇਰੇ ਤਨ ਅੰਦਰ ਰੱਖੀ ਏ, ਇਹ ਉਸ ਪ੍ਰਮਾਤਮਾ ਨੇ ਤੇਰੇ ਕੋਲ ਪੁੱਛ ਕੇ ਇਸ ਸਵਾਸਾਂ ਦੀ ਪੂੰਜੀ ਨੂੰ ਇਸ ਸਰੀਰ ਰੂਪੀ ਮਡੋਲੀ ਦੇ ਅੰਦਰ ਪਾਇਆ ਹੈ। ਇਹ ਬਚਨ ਤੁਸੀਂ ਪੜ੍ਹਦੇ ਹੋ। ਪਾਤਸ਼ਾਹ ਕਹਿੰਦੇ ਨੇ, ਮਰਨ ਲਿਖਾਏ ਮੰਡਲ ਮੈਂ ਆਏ। ਲਿਖਾਏ ਦਾ ਆਖਰੀ ਅਰਥ ਹੁੰਦਾ ਲਿਖਵਾ ਕੇ ਆਣਾ। ਇਹ ਆਪਣਾ ਵਿਸ਼ਾ ਨਹੀਂ, ਮੈਂ ਸਿਰਫ ਗੱਲ ਕਰਨੀ ਹੈ ਸੋਹਿਲੇ ਦਾ ਭਾਵ ਕੀ ਹੈ। ਸੋਹਿਲਾ ਸ਼ਬਦ ਇਹਦਾ ਭਾਵ ਹੈ ਖੁਸ਼ੀ ਦੇ ਗੀਤ, ਆਨੰਦ ਦੇਣ ਵਾਲੇ ਗੀਤ। ਇੱਥੇ ਸਤਿਗੁਰ ਨੇ ਸੋਹਿਲਾ ਦੇ ਨਾਲ ਸ਼ਬਦ ਵਰਤਿਆ, ਸ਼ਬਦ ਤੇ ਸ਼ਬਦ ਦੇ ਦੱਦੇ ਨੂੰ ਥੱਲੇ ਔਂਕੜ ਹੈ। ਇਹ ਇੱਕ ਵਚਨ ਸ਼ਬਦ ਹੈ, ਇੱਕ ਪਰਮਾਤਮਾ ਦਾ ਸ਼ਬਦ ਭਾਵ ਇੱਕ ਪਰਮਾਤਮਾ ਦਾ ਹੁਕਮ। ਵੇਖੋ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ, ਸਾਧ ਸੰਗਤ ਜੀ, ਇਸ ਸਮੁੱਚੇ ਪਸਾਰੇ ਨੂੰ ਪ੍ਰਮਾਤਮਾ ਦਾ ਹੁਕਮ ਮੰਨਦੀ ਹੈ। ਇਹਨੂੰ ਪਾਤਸ਼ਾਹ ਬਾਣੀ ਵਿੱਚ ਕਹਿੰਦੇ ਨੇ, ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਕੁਦਰਤ ਕਵਨ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹ ਸਾਰਾ ਪਸਾਰਾ ਪ੍ਰਮਾਤਮਾ ਦੇ ਹੁਕਮ ਵਿੱਚ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਇਸ ਪੌੜੀ ਦੇ ਅੰਦਰ ਬਖਸ਼ਿਸ਼ ਕਰਦੇ ਨੇ। ਸਾਹਿਬ ਕਹਿੰਦੇ ਨੇ, ਇਹ ਜਿਹੜਾ ਪ੍ਰਮਾਤਮਾ ਦਾ ਗੀਤ ਹੈ, ਸ਼ਬਦ ਦਾ ਭਾਵ ਇੱਕ ਵਚਨ ਸ਼ਬਦ, ਇਹਦਾ ਮਤਲਬ ਹੈ ਇੱਕ ਪ੍ਰਮਾਤਮਾ ਦਾ ਹੁਕਮ। ਇਹਨੂੰ ਸਾਹਿਬ ਜੀ ਬਾਣੀ ਵਿੱਚ ਕਹਿੰਦੇ ਨੇ ਕਿ ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਕਿ ਲਾਲੋ, ਭਾਈ ਲਾਲੋ ਜੀ ਨੂੰ ਸੰਬੋਧਨ ਵਿੱਚ ਇਹ ਸ਼ਬਦ ਉਚਾਰਨ ਕੀਤਾ ਗਿਆ ਕਿ ਇਹ ਜਿਹੜੇ ਬੋਲ ਸਾਡੀ ਰਸਨਾ ਤੋਂ ਨਿਕਲਦੇ ਨੇ, ਇਹ ਬੋਲ ਲਾਲੋ ਤੂੰ ਗੁਰੂ ਨਾਨਕ ਦੇ ਬੋਲ ਨਾ ਜਾਣ। ਇਹ ਬੋਲ ਤੇ ਉਸ ਖਸਮ ਦੇ ਬੋਲ ਨੇ ਜਿਨੇ ਕਿਰਪਾ ਕਰਕੇ ਸਰੀਰ ਵਿੱਚੋਂ ਕਢਵਾਏ ਨੇ। ਜਾਂ ਤੁਸੀਂ ਪਾਵਨ ਬਾਣੀ ਵਿੱਚੋਂ ਬਚਨ ਪੜ੍ਹਦੇ ਹੋ, ਧੰਨ ਗੁਰੂ ਅਰਜੁਨ ਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਸਾਹਿਬ ਕਹਿੰਦੇ ਨੇ, ਤੁਰ ਕੀ ਬਾਣੀ ਆਈ, ਤਿੰਨ ਸਗਲੇ ਚਿੰਤ ਮਿਟਾਈ। ਧਿਆਨ ਦੇਣਾ ਸਾਧ ਸੰਗਤ, ਕਿਉਂਕਿ ਅਮੋਲਕ ਬਚਨ ਨੇ ਸਤਿਗੁਰਾਂ ਦੇ, ਕਿਉਂਕਿ ਇਹ ਅੰਮ੍ਰਿਤ ਬਾਣੀਆਂ ਅਸੀਂ ਰੋਜ਼ ਪੜ੍ਹਨੇ ਆ। ਤੇ ਮੇਰੀ ਬੇਨਤੀ ਹੈ, ਬਾਣੀ ਪੜ੍ਹੀ ਦਾ ਵੀ ਲਾਭ ਤਦ ਹੈ ਜੇ ਸਾਨੂੰ ਪੜ੍ਹੀ ਹੋਈ ਦੀ ਸਮਝ ਆ ਜਾਏ। ਨਿਤ ਇੱਕ ਸ਼ਬਦ ਮੇਰੇ ਸਾਹਿਬ ਨੇ ਵਰਤਿਆ, ਪਾਤਸ਼ਾਹ ਕਹਿੰਦੇ ਨੇ, ਬਹੁਤਾ ਭਾਰ ਚੁੱਕ ਲੈਣਾ ਵੀ ਉਹਦੀ ਸਮਝ ਨਾ ਹੋਵੇ ਤੇ ਪਾਤਸ਼ਾਹ ਕਹਿੰਦੇ ਨੇ ਉਹਦਾ ਕੋਈ ਲਾਭ ਨਹੀਂ। ਇਹ ਅੰਮ੍ਰਿਤ ਬਚਨ ਤੁਸੀਂ ਰੋਜ਼ ਪੜ੍ਹਦੇ ਹੋ। ਸਾਹਿਬ ਜੀ ਕਹਿੰਦੇ ਨੇ, ਪੜ ਪੜ ਗੱਡੀ ਲੱਦੀਐ, ਪੜ ਪੜ ਭਰੀਐ ਸਾਥ, ਪੜ ਪੜ ਬੇੜੀ ਪਾਈਐ, ਪੜ ਪੜ ਗੱਡੀਐ ਖਾਤ। ਪਰ ਸੱਚ ਇਹ ਵੀ ਜੇ ਪੜਿਆ ਭਾਵਨਾ ਵਿੱਚ ਜਾਏ, ਫਿਰ ਪੜਿਆ ਹੋਇਆ ਇੱਕ ਦਿਨ ਜ਼ਰੂਰ ਮਨ ਤੇ ਅਸਰ ਕਰਦਾ ਹੈ
ਤੇ ਜੇ ਪੜਿਆ ਸਿਰਫ ਦਿਖਾਵੇ ਲਈ ਜਾਏ, ਉਹਨੂੰ ਭਾਵੇਂ ਮੇਰੇ ਸਤਿਗੁਰ ਨੇ ਕਹਿੰਦੇ ਨੇ ਕਿੰਨਾ ਸਮਾਂ ਲੱਖਾਂ ਕਰੋੜਾਂ ਸਾਲ ਵੀ ਬਹਿ ਕੇ ਰੱਬ ਤੈਨੂੰ ਉਮਰ ਦੇ ਪੜ੍ਹ ਲੈ, ਉਹਦਾ ਲਾਭ ਸਾਹਿਬ ਕਹਿੰਦੇ ਨੇ ਤਦ ਵੀ ਨਹੀਂ। ਇੱਕ ਬਚਨ ਹੋਰ ਤੁਸੀਂ ਪਾਵਨ ਬਾਣੀ ਵਿੱਚ ਪੜ੍ਹਦੇ ਹੋ, ਗੁਰੂ ਅਰਜਨ ਸਾਹਿਬ ਕਹਿੰਦੇ ਨੇ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਦਕ ਅਹੰਗ ਬੁੱਧ ਬਾਧੇ। ਜੇ ਪੜ੍ਹੇ ਦੀ ਕਮਾਈ ਨਹੀਂ ਤੇ ਸਤਿਗੁਰ ਕਹਿੰਦੇ ਨੇ ਫਿਰ ਪੜ੍ਹਿਆ ਅਹੰਕਾਰ ਦਾ ਬੀਜ ਬਣ ਕੇ ਅੰਦਰ ਉਪਜਦਾ ਹੈ, ਤੇ ਉਹ ਅਹੰਕਾਰ ਜਿਹੜਾ ਹੈ ਉਹ ਬੰਦੇ ਨੂੰ ਕਦੀ ਵੀ ਰੱਬੀ ਗਿਆਨ ਦੀ ਸੋਝੀ ਅੰਦਰ ਪੈਦਾ ਨਹੀਂ ਹੋਣ ਦਿੰਦਾ। ਇੱਥੇ ਸਾਹਿਬ ਸ਼ਬਦ ਵਰਤਦੇ ਨੇ ਗੁਰੂ ਅਰਜਨ ਦੇਵ ਪਾਤਸ਼ਾਹ, ਗੁਰੂ ਅਮਰਦਾਸ ਪਾਤਸ਼ਾਹ ਜੀ ਸਾਹਿਬ ਕਹਿੰਦੇ ਨੇ ਇਹ ਸੋਹਿਲਾ, ਇਹ ਜਿਹੜਾ ਪ੍ਰਮਾਤਮਾ ਦਾ ਗੀਤ ਹੈ, ਆਨੰਦ ਦੇਣ ਵਾਲਾ ਸ਼ਬਦ, ਇੱਕ ਪ੍ਰਮਾਤਮਾ ਦਾ ਉਹ ਗੀਤ ਜਿਹੜਾ ਪਰਿਪੂਰਨ ਪ੍ਰਮਾਤਮਾ ਦੀ ਰਚਨਾ ਤੋਂ ਪ੍ਰਗਟ ਹੋਇਆ ਹੈ। ਸਾਹਿਬ ਕਹਿੰਦੇ ਨੇ ਸੁਹਾਵਾ, ਇਹ ਸਦਾ ਹੀ ਆਨੰਦ ਦੇਣ ਵਾਲਾ ਹੈ, ਸਦਾ ਹੀ ਖੇੜਾ ਦੇਣ ਵਾਲਾ ਹੈ। ਇਹ ਇੰਨਾ ਆਨੰਦ ਦੇਣ ਵਾਲਾ ਹੈ, ਇਹਨੂੰ ਕੋਈ ਕਿਸੇ ਵੀ ਭਾਵਨਾ ਦੇ ਵਿੱਚ ਵਿਅਕਤ ਹੋ ਕੇ ਪੜ੍ਹ ਲੇ। ਇਹ ਗੱਲ ਚੇਤੇ ਰੱਖਿਓ, ਪੜ੍ਹਨ ਵਾਲੇ ਦੇ ਅੰਦਰ ਦੀ ਭਾਵਨਾ ਵੱਖ ਹੋ ਸਕਦੀ ਏ, ਪਰ ਜਿਹਨੂੰ ਪੜ੍ਹ ਰਿਹਾ ਹੈ ਨਾ, ਉਹਦੀ ਤਾਸੀਰ ਹਰ ਭਾਵਨਾ ਦੇ ਵਿੱਚ ਇੱਕੋ ਵਰਗੀ ਏ। ਬਸ ਜੇ ਪੜ੍ਹਨ ਵਾਲੇ ਦਾ ਭਰੋਸਾ ਬਣ ਜਾਏ ਤੇ ਮੇਰੇ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਸ਼ਬਦ ਆਪਣੀ ਕਲਾ ਜ਼ਰੂਰ ਜੀਵਨ ਦੇ ਅੰਦਰ ਵਰਤਾਉਂਦਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਸੇ ਕਰਕੇ ਪਾਵਨ ਬਾਣੀ ਵਿੱਚ ਬਚਨ ਵੀ ਕਹੇ ਨੇ। ਪਾਤਸ਼ਾਹ ਕਹਿੰਦੇ ਨੇ ਬਸ ਜਿਹੜਾ ਮਨ ਵਿੱਚ ਇਸ ਗੱਲ ਦਾ ਅਕੀਦਾ ਬਣਾ ਲਏ, ਉਹ ਫਿਰ ਪ੍ਰਮਾਤਮਾ ਦੇ ਇਹਨਾਂ ਅੰਮ੍ਰਿਤ ਬਚਨਾਂ ਨੂੰ ਜੀਵਨ ਦੇ ਵਿੱਚ ਸਮਝ ਕੇ ਆਪਣੇ ਮੁਕਾਮ ਤੇ ਜਾਂਦਾ ਹੈ। ਮੁਕਾਮ ਦਾ ਮਤਲਬ ਬਾਹਰੀ ਮੰਜ਼ਲ ਨਹੀਂ, ਮੁਕਾਮ ਦਾ ਮਤਲਬ ਹੈ ਉਹ ਮੰਜ਼ਲ ਜਿਹਨੂੰ ਸਾਹਿਬ ਜੀ ਕਹਿੰਦੇ ਨੇ ਭਈ ਪ੍ਰਾਪਤ ਮਾਨੁਖ ਦੇਵ ਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਗੋਬਿੰਦ, ਗੋਬਿੰਦ ਦਾ ਭਾਵ ਹੈ ਪਰਮਾਤਮਾ, ਤੇ ਪਰਮਾਤਮਾ ਸੱਚ ਸਰੂਪ ਹੈ, ਸੱਚ ਵਿੱਚ ਅਭੇਦ ਹੋਣਾ ਇਸ ਮਨੁੱਖਾ ਜੀਵਨ ਦਾ ਸਾਡਾ ਮੰਤਵ ਹੈ। ਗੁਰੂ ਅਰਜਨ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਇਹ ਜਿਹੜਾ ਪਰਮਾਤਮਾ ਦਾ ਆਨੰਦ ਦੇਣ ਵਾਲਾ ਗੀਤ ਹੈ, ਇਹ ਸਦਾ ਹੀ ਆਨੰਦ ਦਿੰਦਾ ਹੈ। ਸ਼ਬਦੋ ਸੁਹਾਵਾ ਸਦਾ ਸੁਹਿਲਾ। ਹੁਣ ਅਗਲਾ ਸ਼ਬਦ ਹੈ ਸ਼ਬਦੋ। ਪਹਿਲਾ ਸ਼ਬਦ ਆਇਆ ਸੀ ਸ਼ਬਦ, ਦੱਦੇ ਨੂੰ ਔਂਕੜ ਇੱਕ ਵਚਨ ਸ਼ਬਦ। ਹੁਣ ਇੱਥੇ ਹੈ ਸ਼ਬਦੋ, ਦੱਦੇ ਦੇ ਉੱਪਰ ਹੋੜਾ ਹੈ। ਸਾਹਿਬ ਕਹਿੰਦੇ ਨੇ ਇਹ ਜਿਹੜਾ ਸ਼ਬਦ ਸਦਾ ਹੀ ਸੁਹਾਵਾ ਹੈ, ਸੋਹਣਾ ਹੈ, ਆਨੰਦ ਦੇਣ ਵਾਲਾ ਹੈ। ਇਹ ਮੇਰੇ ਸੱਚੇ ਸਤਿਗੁਰ ਨੇ ਮੈਨੂੰ ਸੁਣਾਇਆ ਹੈ। ਸਤਿਗੁਰੂ ਸੁਣਾਇਆ, ਇਹ ਸੱਚੇ ਸਤਿਗੁਰ ਨੇ ਮੇਰੇ ਅੰਦਰ ਟਿਕਾ ਦਿੱਤਾ ਹੈ। ਜਾਂ ਇੰਜ ਕਹਿ ਲਓ ਵੀ ਮੇਰੇ ਅੰਦਰ ਦੀ ਭਾਵਨਾ ਨੂੰ ਮੇਰੇ ਸੱਚੇ ਸਤਿਗੁਰ ਨੇ ਕਿਰਪਾ ਕਰਕੇ ਇਹ ਸ਼ਬਦ ਦੀ ਪ੍ਰਤੀਤ ਦੇ ਕੇ ਮੇਰੇ ਮਨ ਨੂੰ ਆਪਣੇ ਉਪਦੇਸ਼ ਨਾਲ ਜੋੜ ਲਿਆ। ਇਹਨੂੰ ਸਤਿਗੁਰ ਪਾਵਨ ਬਾਣੀ ਵਿੱਚ ਕਹਿੰਦੇ ਨੇ ਭਾਈ ਇਹਨੂੰ ਇੰਜ ਨਾ ਜਾਣੀ ਵੀ ਕਿਸੇ ਬੁਖਾਰ ਬਿੰਦ ਤੋਂ ਰਸਨਾ ਤੋਂ ਨਿਕਲੇ ਹੋਏ ਸੰਸਾਰਿਕ ਬੋਲ ਨੇ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਇਹ ਧੁਰੋਂ ਆਈ ਉਹ ਅੰਮ੍ਰਿਤ ਬਾਣੀ ਹੈ, ਜਿਹਨੂੰ ਪਾਤਸ਼ਾਹ ਕਹਿੰਦੇ ਨੇ ਧੁਰ ਕੀ ਬਾਣੀ ਆਈ। ਧੁਰ ਦਾ ਮਤਲਬ ਹੈ ਧੁਰ ਤੋਂ, ਧੁਰ ਦੇ ਰਾਰੇ ਨੂੰ ਸਿਆਰੀਏ ਧੁਰ ਤੋਂ। ਧੁਰ ਤੋਂ ਦਾ ਮਤਲਬ ਹੈ ਉਹ ਖਸਮ ਤੋਂ ਜਿਹੜਾ ਇਸ ਸ੍ਰਿਸ਼ਟੀ ਦਾ ਪਸਾਰਾ ਕਰਨ ਵਾਲਾ ਹੈ। ਉਸ ਖਸਮ ਦੇ ਦਰ ਤੋਂ ਇਹ ਅੰਮ੍ਰਿਤ ਬੋਲ ਆਏ ਨੇ, ਜਿਹੜੇ ਅੰਮ੍ਰਿਤ ਬੋਲ ਸੱਚ ਦੀ ਪ੍ਰਤੀਤ ਹਿਰਦੇ ਵਿੱਚ ਪੈਦਾ ਕਰਦੇ ਨੇ, ਸੱਚ ਪ੍ਰਤੀ ਭਰੋਸਾ ਪੈਦਾ ਕਰਦੇ ਨੇ। ਤੇ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ ਇਹ ਮਾਲਕ ਦੇ ਬੋਲ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਜਿਸ ਹਿਰਦੇ ਵਿੱਚ ਪ੍ਰਗਟ ਹੋ ਜਾਣ, ਉਸ ਹਿਰਦੇ ਦੇ ਅੰਦਰ ਦੀਆਂ ਸਾਰੀਆਂ ਚਿੰਤਾਵਾਂ ਮਿਟ ਜਾਂਦੀਆਂ ਨੇ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਮੇਰੇ ਸਤਿਗੁਰ ਨੇ ਸੁਣਾਇਆ ਹੈ। ਇਹ ਸਾਹਿਬ ਕਹਿੰਦੇ ਨੇ ਇਸ ਗੱਲ ਨੂੰ ਯਕੀਨੀ ਜਾਣ, ਇਹ ਨਾ ਸੋਚੀ ਵੀ ਕਿਤੇ ਬਾਹਰ ਦੀ ਲਿਖੀ ਹੋਈ ਕੋਈ ਐਸੀ ਪੋਇਟਰੀ ਹੈ ਜਿਹਨੂੰ ਛੰਦਾਬੰਦ ਕਰਕੇ, ਜਿੰਨੀਆਂ ਤੁਕਾਂ ਦਾ ਮਿਲਾਨ ਕਰਕੇ ਤੇ ਤੁਹਾਨੂੰ ਸੁਣਾ ਦਿੱਤਾ ਗਿਆ। ਇੱਕ ਬਚਨ ਸਾਹਿਬ ਦੀ ਪਾਵਨ ਬਾਣੀ ਵਿੱਚੋਂ ਤੁਸੀਂ ਪੜ੍ਹਦੇ ਹੋ, ਵੈਸੇ ਉਹ ਬਚਨ ਬਾਬਾ ਕਬੀਰ ਸਾਹਿਬ ਜੀ ਦਾ ਹੈ।
पर उन्हां बचनां दी जिहड़ी भावना है वो यही है जिहड़ी मेरे सतगुरु गुरु अमरदास पातशाह जी शब्द विच प्रगट करदे ने। बाबा कबीर साहब जी कहंदे ने लोग जाने यह गीत है। लोग ये कहंदे ने भी आप पता नहीं बाहर मुखी किहड़ा गीत गा रहे ने लोग, जिवें संसार अंदर लोग होर कच्चे गीत सुनते ने। कच्चे गीत का मतलब है ਜਿਹੜੇ ਸਾਡੀ ਨਿੱਜ ਸੰਸਾਰਿਕ ਜੀਵਨ ਦੇ ਵਿੱਚੋਂ ਪ੍ਰਗਟ ਹੋਏ, ਉਹਨਾਂ ਉਸ ਜੀਵਨ ਦੇ ਵਿੱਚੋਂ ਜਿਹੜਾ ਜੀਵਨ ਥੋਥਾ ਹੈ। ਮੈਂ ਸ਼ਬਦ ਥੋਥਾ ਇਸ ਕਰਕੇ ਵਰਤਿਆ ਵੀ ਜਿਹੜੇ ਪਦਾਰਥਾਂ ਦੇ ਮੋਹ ਵਿੱਚੋਂ ਪ੍ਰਗਟ ਹੋਣ ਵਾਲੇ ਸ਼ਬਦ ਨੇ ਉਹ ਸਦੀਵੀ ਨਹੀਂ ਹੋ ਸਕਦੇ, ਕਿਉਂਕਿ ਨਾ ਪਦਾਰਥ ਸਦੀਵੀ ਨੇ ਤੇ ਸਾਧ ਸੰਗਤ ਜੀ ਨਾ ਉਹ ਸ਼ਬਦ ਸਦੀਵੀ ਹੋ ਸਕਦੇ ਨੇ। क्योंकि जे शब्द सदीवी होणगे तद शब्द सदीवी होणगे जे उस करते दे अमृत हुक्म नाल जुड़ के अंदरों प्रगट होणगे। जे संसार दे पदार्थां दे मोह विच बजे हुए शब्द ने कदी सदीवी नहीं हो सकते, क्योंकि ये सतगुर दी पावन बाणी दा हुक्म है। पातशाह कहंदे ने संसार दे पदार्थां दा मोह ना कर। ये मोह सतगुर जी कहंदे ने बिन संहार है। वैसे बाणी दा बचन है कत की माई बाप कर कत केरा किदू थाऊ हम आए। पातशाह कहंदे ने दस कौन तेरी माँ है, कौन तेरा बाप है, केड़ी थां तो तू आए। इहदा मतलब यह है भी ये संसार दे अंदर जो कुछ तू वेख रहा है दृष्टमान है सगल मिथेना। ये दृष्टमान सब कुछ बिन संहार है। ते इस बिन संहार दुनिया दे विचों ਜਿਹੜਾ ਸ਼ਬਦ ਦੁਨਿਆਵੀ ਤਲ ਨਾਲ ਜੁੜਿਆ ਉਹ ਅਧੂਰਾ ਹੈ। ਇਸੇ ਕਰਕੇ ਸਤਿਗੁਰ ਕਹਿੰਦੇ ਨੇ ਅਧੂਰੇ ਨਾਲ ਨਾ ਜੁੜ, ਆ ਮੈਂ ਤੈਨੂੰ ਪੂਰੇ ਨਾਲ ਜੋੜ ਦਿਆਂ। ਪੂਰੇ ਗੁਰੂ ਦੇ ਸ਼ਬਦ ਨਾਲ ਜੋੜਿਆ ਸਤਿਗੁਰ ਨੇ। ਪੂਰੇ ਤੁਸੀਂ ਸ਼ਬਦ ਰੋਜ਼ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ ਪੜ੍ਹਦੇ ਹੋ। ਸਾਹਿਬ ਕਹਿੰਦੇ ਨੇ ਪੂਰਾ ਪ੍ਰਭ ਆਰਾਧਿਆ ਪੂਰਾ ਜਾਂ ਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ। पूरा गुर आराध्या, मैं पूरे गुरु नूं आराध्या जिन्हें पूरे नाल जुड़न दे लई मैनू अमृत खजाना दिता है। अधूरे ते संसार विच बड़े ने। सच विच जिदन धन गुरु हरकृष्ण पातशाह जी ने बचन कहे सन दिल्ली दी धरती ते ये अमृत बोल कहे सन कि जिहड़ी साडे तो बाद गुरु नानक दी जोत है वो जिस शरीर अंदर वरतनी है वो शरीर बकाले दी धरती ते रिश्ते विच साडे बाबा लगदे ने। बाबा बसे ग्राम बकाले। एक ख्याल करियो बकाले दी धरती ते उपदेश कीता सी साडा बाबा जिंदे अंदर ये जोत है वो बकाले दी धरती ते है। उसे बकाले दी धरती ते अगली सवेर हुंदियां नूं 22 मंजियां स्थापित हो गईयां सन। पर ध्यान दिया जे गल एक दी होई सी, मंजियां 22 स्थापित हो गईयां, पर एक जेड़ी मालक ने धुरों प्रगट कीती सी वो सच्ची सी। ਜਿਹੜੀਆਂ ਦੂਜੀਆਂ 22 ਸਥਾਪਿਤ ਹੋ ਗਈਆਂ ਉਹ ਝੂਠੀਆਂ ਸਨ। ਹੁਣ ਜਿਹੜੀਆਂ ਝੂਠੀਆਂ ਸਨ ਉਹਨਾਂ ਸੱਚੇ ਦੀ ਰੀਸ ਜ਼ਰੂਰ ਕੀਤੀ, ਪਰ ਉਹ ਸੱਚੇ ਦੇ ਤੁਲ ਖੜੀਆਂ ਨਾ ਹੋ ਸਕੀਆਂ। ਇਸੇ ਕਰਕੇ ਮੇਰੇ ਸਤਿਗੁਰ ਜੀ ਪਾਵਨ ਬਾਣੀ ਵਿੱਚ ਕਹਿ ਰਹੇ ਨੇ, ਮੇਰੇ ਸਤਿਗੁਰ ਨੇ ਇਹ ਸ਼ਬਦ ਮੈਨੂੰ ਸੁਣਾਇਆ ਹੈ। ਇਹ ਧੁਰੋਂ ਉਪਦੇਸ਼ ਹੈ ਮੇਰੇ ਮਾਲਕ ਦਾ। ਇਹ ਉਹ ਅੰਮ੍ਰਿਤ ਉਪਦੇਸ਼ ਹੈ ਜਿਹਨੂੰ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਲੋਕ ਜਾਣੇ ਇਹ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ। लोग कहते ने ये गीत है, पर बाबा कबीर साहब कहते ने दुनिया के लोगों ये ब्रह्म की विचार है। ये वो गीत है जिन्हें अंदरों ब्रह्म प्रगट होंदा है, परमात्मा प्रगट होंदा है। इसे करके सतगुरु जी कह रहे ने यह तिनकै मन वसिया, ये उन्हां दे मन विच वसेगा, ये उन्हां दे मन विच वसिया। पातशाह कहते ने जिन धुरों लिखिया आया, जिन्हां ने धुरों। ਹੁਣ ਆ ਜਿਹੜਾ ਧੁਰ ਸ਼ਬਦ ਹੈ ਇੱਥੇ ਧੁਰੋਂ ਸ਼ਬਦ ਜਿਹੜਾ ਹੈ ਰਾਰਾ ਰਾਰੇ ਤੋਂ ਅੱਗੇ ਹਾਹਾ ਤੇ ਹਾਹੇ ਨੂੰ ਔਂਕੜ। ਇਸ ਧੁਰੋਂ ਦਾ ਮਤਲਬ ਹੈ ਧੁਰ ਤੋਂ ਤੇ ਧਿਆਨ ਦੇਣਾ ਜਿਹੜਾ ਮਨੁੱਖ ਦਾ ਧੁਰਾ ਹੈ, ਜਿਹੜਾ ਇਨਸਾਨ ਦਾ ਧੁਰਾ ਹੈ ਉਹ ਇਸ ਧਰਤੀ ਤੇ ਉਸ ਦਿਨ ਵੱਜਦਾ ਜਿਦਨ ਬੰਦਾ ਸੰਸਾਰ ਤੇ ਜਨਮ ਲੈਂਦਾ ਹੈ। ਵੈਸੇ ਇਸ ਸ਼ਬਦ ਦੇ ਬਹੁਤਾਤ ਵਿੱਚ ਅਰਥ ਕੀਤੇ ਗਏ ਨੇ ਪਰਮਾਤਮਾ ਦੇ ਘਰ ਤੋਂ ਧੁਰੋਂ ਦੇ ਅਰਥ। ਪਰ ਸਾਧ ਸੰਗਤ ਜੀ ਅਸੀਂ ਇਸ ਗੱਲ ਨੂੰ ਇੰਜ ਡਿਫਾਈਨ ਕਰਨ ਲੱਗ ਪਏ ਵੀ ਪਰਮਾਤਮਾ ਦੇ ਘਰ ਤੋਂ
फिर इस संसार अंदर बंदा ये गल कह सकता है भी मैं दोषी कोई नहीं, क्योंकि परमात्मा के घर तो मेरे अंदर लिखिया ही नहीं। इस गल नूं समझना पएगा। धुरो का मतलब है धुर तो, ते धुर तो दा मतलब है बंदिया जिस दिन तू इस संसार विच आया, तेनू शब्द का ज्ञान होया, तू अपने जीवन के अंदर शब्दां का बीज बीजना शुरू किया, पर जे तू परमात्मा के हुक्म नूं नहीं समझिया, जिहड़ा अंदर तू बीज बीजिया किते ऐसा ना होवे वो बीज ही कच्चा होवे। तू उस दिन तो, जिस दिन तो तेनू शब्द की प्रति समझ आई, उस दिन तू अपने अंदर सच का बीज बीजना शुरू कर दे। ते जिन्हां ने सब कहंदे ने धुरो लिख लिया, उस दिन तो इस गल नूं समझ लिया, वो फिर संसार के अंदर पूर्ण हो जाते हैं। बाबा बुढ़ा जी, उन्हां दी उम्र की आप अक्सर एग्जाम्पल देने आ। भाई तारू जी, उन्होंने जीवन की अक्सर एग्जाम्पल आप देने। ख्याल करियो, सतगुरु गुरु गोबिंद सिंह साहब जी के चरणों में भाई मनी सिंह जी आए, तो साहब गुरु गोबिंद सिंह पातशाह जी ने कहा सी, ये मनिया होवेगा गुनिया। मतलब है उनके जीवन के अंदर दे सच नूं जो शब्दों विचों प्रगट होया, साहब बयान करते हैं भी ये इनके अंदर गुण बन के प्रगट होणगे। इसे करके ते शब्द ये तिन कै मन वसिया, जिन धुरो लिखिया आया, जिन्हां धुर तो जिस दिन तो उन्होंने आत्मक जीवन की सोझी हुई अंदर लिखना शुरू कर दिता। पर सच है बंदे, सच है बंदा समझदा ते पढ़दा जरूर है, पर उन्होंने इंप्लीमेंट करना बड़ा औखा है। देखो सानू गुरु घर विच आंदियां किन्ने साल हो गए, गुरमुख असीं जिन्ने सतगुर की गोद विच बैठे आ, कोई 10 साल तो, कोई 15 साल तो, इत्थों तक कोई 50 साल तो आ रहा है। इहदा मतलब है जिस दिन तो असीं गुरु घर विच आ रहे हैं, उस दिन तो ये बीज साडे अंदर है। पर पातशाह जी कहंदे ने प्रगट तां होएगा जे सच्ची भावना बनेगी। जिदन भावना बन गई उदन वो धुर तो बीजिया होया सब कहंदे ने प्रगट होएगा। तां ही गुरु अमरदास पातशाह जी इत्थे कह रहे ने, एक फिरै कनेरे करै गल्लां। सतगुरे को ने कनेरे का भाव हुंदा है बहुत सारे, एक वो ने जिहड़े बहुत सारे ने सिर्फ जुबान तो गल्लां करदे ने, जिन्हों साहब दी बाणी कहंदी हर हर करे नित कपट कमावे। रब रब करते ने पर नितां प्रति रब रब करदियां भी जुबान तो मूँह तो राम बोलते ने, अंदर उन्हां दा कपट ते छल नाल भरिया है। हर हर करे नित कपट कमावे, हिरदा शुद्ध ना होई। सब कहंदे ने उन्हां दा हिरदा कदे पवित्र नहीं हो सकता। एक बचन तुसी गुरु नानक साहब जी का पढ़ते हो, पातशाह कहंदे नावन चले तीरथी, मन खोटे तन चोर, इक भाऊ लथी नादियां, दुई पाचड़ी असहोर। सिर्फ बाहर मुखी कर्म करन वाला बंदा वो जो तीरथ ते भी गया तो सतगुर कहंदे ने नहा के सोचदा भी मना मैल लै गई, जिन्नी को लाई उदू ज़्यादा होर अहंकार की मैल लैके घर वापस परतिया। पर पातशाह कहंदे ने दोई पाचड़ी असहोर, बाहर धोती तुमड़ी अंदर वेश निकोर, साध पले अन्नातियां चोर से चोरा चोर। एक फिरै कनेरे करै गल्लां। एक वो ने जिहड़े सब कहंदे ने बहुत सारे कनेरे बहुत ने जिहड़े सिर्फ जुबान तो गल्लां करदे ने, अंदर उन्हां दे नाम दी रोशनी कोई नहीं। इहो जे साध संगत सच विच मैं जदों इहो जे बचन पढ़ना ना ते साध संगत मेरा सच विच ध्यान अपने वाले जांदा भी वो मेरे वर्गे ही नहीं, जिहड़े सिर्फ जुबान तो गल्लां करदे ने पर जीवन विच नाम कोई नहीं। इस करके बेनती करदे आ सतगुर किरपा करन, किते पढ़दिया सुनदिया अंदर नूं भरोसा बन जाए, किते ऐसा ना होवे जिहड़े बचन साहब ने कदी कहे सन कि गल्ली जोग ना होई, एक दृष्ट कर समसर जाने जोगी कहिए सोई। गल्लां नाल आत्मक दृष्टि नहीं मिलती, वो तां मिलनी है जे सच विच गुरु दे उपदेश नूं जोग नूं कमा लेगा। हुण गुरु अमरदास जी कहंदे ने गल्ली किने ना पाया, सिर्फ गल्लां नाल परमात्मा जी तुहाडे घर दी सोझी नहीं मिलती। तां ही गुरु अर्जुन देव गुरु नानक साहब जी कहंदे ने ना पीजै रागी नादी वेद, ना पीजै सुरती ज्ञानी जोग, ना पीजै किते रोज। सतगुर कहंदे ने सो किन्ने भी मनुख बाहर मुखी यतन कर ले, ना पीजै रूपी माली रंग, ना पीजै तीरथ भवै नंग।
ਨਾ ਭੀਜੈ ਦਾਤੀ ਕੀਤੈ ਪੁੰਨ, ਨਾ ਭੀਜੈ ਬਾਹਰ ਬੈਠਿਆਂ ਸੁਨ। ਤੇ ਅੰਤ ਵਿੱਚ ਸਾਹਿਬ ਜੀ ਕਹਿੰਦੇ ਨੇ ਉਹ ਭਿੱਜਦਾ ਤਾਏ, ਲੇਖਾ ਲਿਖਿਐ ਮਨ ਕੈ ਪਾਏ, ਨਾਨਕ ਭੀਜੈ ਸਾਚੈ ਨਾਏ। ਉਹ ਤਾਂ ਭਿੱਜੇਗਾ ਜੇ ਸੱਚ ਨਾਲ ਮਨ ਜੁੜੇਗਾ, ਸਿਰਫ ਜ਼ੁਬਾਨ ਤੋਂ ਨਿਕਲੀਆਂ ਹੋਈਆਂ ਗੱਲਾਂ ਨਾਲ ਨਹੀਂ। ਗੱਲਾਂ ਕਰਨ ਵਾਲੇ ਸੰਸਾਰ ਤੇ ਬਹੁਤ ਨੇ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ, ਇੱਕ ਫਿਰਹਿ ਕਨੇਰੇ ਕਰਹਿ ਗੱਲਾਂ, ਗੱਲੀ ਕਿਨੇ ਨਾ ਪਾਇਆ। ਗੱਲਾਂ ਨਾਲ ਸਤਿਗੁਰ ਕਿਸੇ ਨੇ ਵੀ ਅੱਜ ਤੱਕ ਨਹੀਂ ਪਾਇਆ। ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਨਾਇਆ। ਹੈ ਨਾਨਕ ਜੀ ਇਹ ਆਖ ਕਿ ਇਹ ਜਿਹੜਾ ਆਨੰਦ ਦੇਣ ਵਾਲਾ ਪਰਮਾਤਮਾ ਦਾ ਆਤਮਿਕ ਗੀਤ ਹੈ, ਜਿਹੜਾ ਮਨ ਨੂੰ ਸਕੂਨ ਦਿੰਦਾ ਹੈ, ਜਿਹੜਾ ਅੰਤਰਾਤਮਾ ਨੂੰ ਠੰਡ ਦਿੰਦਾ ਹੈ, ਇਹ ਅੰਮ੍ਰਿਤ ਸ਼ਬਦ ਮੇਰੇ ਸਤਿਗੁਰ ਨੇ ਮੈਨੂੰ ਸੁਣਾ ਦਿੱਤਾ ਹੈ। ਤੇ ਸਾਧ ਸੰਗਤ, ਇਹ ਹੁਣ ਅਸੀਂ ਪੜਚੋਲ ਕਰਨੀ ਹੈ। ਕਿੰਨੇ ਸਾਲਾਂ ਤੋਂ ਇਹ ਅੰਮ੍ਰਿਤ ਗੀਤ ਅਸੀਂ ਵੀ ਸੁਣ ਰਹੇ ਹਾਂ, ਇਹ ਅੰਮ੍ਰਿਤ ਬੋਲ ਅਸੀਂ ਵੀ ਸੁਣਦੇ ਪਏ ਹਾਂ ਕਿ ਸੱਚ ਵਿੱਚ ਸਤਿਗੁਰ ਦਾ ਸੁਣਿਆ ਹੋਇਆ ਸਾਡੇ ਅੰਤਰਾਤਮੇ ਤੱਕ ਪਹੁੰਚਿਆ। ਕਿਤੇ ਐਸਾ ਤੇ ਨਹੀਂ ਵੀ ਕੰਨਾਂ ਨੇ ਸੁਣਿਆ ਜ਼ਰੂਰ ਹੈ, ਪਰ ਕੰਨ ਸੁਣੇ ਹੋਏ ਨੂੰ ਇੱਥੇ ਹੀ ਛੱਡ ਕੇ ਚਲੇ ਗਏ ਨੇ, ਲੈ ਕੇ ਗਈ ਕੋਈ ਨਹੀਂ। ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ, ਇਹ ਖੁਸ਼ੀ ਦੇਣ ਵਾਲਾ ਆਤਮਿਕ ਗੀਤ ਹੈ। ਇਹ ਉਹ ਸੋਹਿਲਾ ਹੈ ਜਿੰਦੇ ਨਾਲ ਪਰਮਾਤਮਾ ਦੇ ਘਰ ਵਿੱਚ ਮਿਲਾਪ ਹੋਣਾ ਹੈ। ਪਰ ਸਤਿਗੁਰ ਕਹਿੰਦੇ ਨੇ ਇਹ ਵੀ ਸੱਚੇ ਵੀ ਇਹ ਸੁਣਾਇਆ ਮੇਰੇ ਸੱਚੇ ਸਤਿਗੁਰ ਨੂੰ ਹੈ, ਸੱਚੇ ਸਤਿਗੁਰ ਨੇ ਹੈ। ਪਰ ਇਹ ਉਹਨਾਂ ਦੇ ਮਨ ਵਿੱਚ ਵਸੇਗਾ ਜਿਨ੍ਹਾਂ ਨੇ ਆਪਣੇ ਅੰਦਰ ਇਸ ਬੀਜ ਨੂੰ ਬੀਜਿਆ, ਜਿਨ੍ਹਾਂ ਨੇ ਸਿਰਫ ਗੱਲਾਂ ਕੀਤੀਆਂ ਨੇ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਉਹ ਹਿਰਦੇ ਖਾਲੀ ਤੇ ਸਖਨੇ ਰਹਿ ਜਾਂਦੇ ਨੇ। ਇਸੇ ਕਰਕੇ ਸਾਹਿਬ ਜੀ ਬਖਸ਼ਿਸ਼ ਕਰਦੇ ਨੇ। ਸਾਹਿਬ ਕਹਿੰਦੇ ਨੇ, ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਨਾਇਆ। ਮੇਰੇ ਸੱਚੇ ਸਤਿਗੁਰ ਨੇ ਇਹ ਅੰਮ੍ਰਿਤ ਬਚਨ ਮੇਰੇ ਅੰਦਰ ਟਿਕਾ ਦਿੱਤਾ ਹੈ, ਮੇਰੇ ਮਨ ਵਿੱਚ ਟਿਕਾ ਦਿੱਤਾ ਹੈ। ਅਰਦਾਸ ਕਰੀਏ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਵਿੱਚ, ਸਤਿਗੁਰ ਕਿਰਪਾ ਕਰਨ, ਆਪਣੇ ਅੰਮ੍ਰਿਤ ਬਚਨਾਂ ਨੂੰ ਸਮਝਣ ਦੀ ਦਾਤ ਆਪਣੇ ਚਰਨਾਂ ਵਿੱਚੋਂ ਬਖਸ਼ ਦੇਣ। ਸਾਧ ਸੰਗਤ ਹੋਈਆਂ ਗਲਤੀਆਂ ਬਖਸ਼ ਲੈਣੀਆਂ ਜੀ, ਕਰੋ ਕਿਰਪਾ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ